अस्सलाम वालेकुम माई यूट्यूब फैमिली। उम्मीद करदी हाँ तुसीं सारे ठीक होवोगे। अलहमदुलिल्ला असीं भी सारे ठीक हैगे हाँ। ते अज मैं तुहाडे नाल अपनी सुबह की रूटीन शेयर करांगी नाश्ते तो बाद दी। ते मैं कहा चलो अज सवेर दे जेड़े नाश्ते दे बर्तन कट्ठे होए सी ओह भी नाल धोइए ते नाल तुहाडे नाल गपशप करिए। ते जी औरत ते सिर्फ कम्मां लई बनी है, सवेर तो लैके शाम तक सिर्फ कम कम ते सिर्फ कम ही कम। ਤੇ ਬੰਦੇ ਸਾਡੇ ਜਦੋਂ ਕੰਮਾਂ 'ਤੇ ਚੱਲ ਜਾਂਦੇ ਨੇ, ਸ਼ਾਮ ਨੂੰ ਜਦੋਂ ਘਰ ਵਾਪਸ ਆਉਂਦੇ ਨੇ ਤਾਂ ਇਹ ਕਹਿੰਦੇ ਨੇ ਤੂੰ ਸਾਰੀ ਦੇਰ ਕਰਦੀ ਕੀ ਆ, ਸਾਰੇ ਦਿਨ ਅਸੀਂ ਕੀ ਕਰਦੀਆਂ। ਤੁਸੀਂ ਵੀ ਸਮਝਦਾਰ ਹੈਗੀਆਂ ਹੋ, ਸਾਰੇ ਦਿਨ ਸਾਰੀ ਦਿਹਾੜੀ ਤੁਸੀਂ ਵੀ ਥੱਕ ਟੁੱਟ ਕੇ ਬਹਿ ਜਾਂਦੀਆਂ ਅਤੇ ਆਪਣੀ ਜ਼ਾਤ ਵਾਸਤੇ ਸਾਡਾ ਕੋਈ ਟਾਈਮ ਹੀ ਨਹੀਂ ਲੱਗਦਾ। ਅਤੇ ਸਾਰੀ ਦਿਹਾੜੀ ਸਾਡੀ ਇਹੀ ਰੂਟੀਨਾਂ ਹੁੰਦੀਆਂ, ਇਹਨਾਂ ਦੇ ਵਾਸਤੇ ਨਾਸ਼ਤੇ ਬਣਾਓ, ਇਹਨਾਂ ਨੂੰ ਤਿਆਰ ਕਰਕੇ ਕੰਮਾਂ 'ਤੇ ਭੇਜੋ, ਬੱਚਿਆਂ ਨੂੰ ਸਕੂਲ ਭੇਜੋ ਅਤੇ ਫਿਰ ਉਸ ਤੋਂ ਬਾਅਦ ਭਾਂਡੇ ਢੀਂਡੇ ਧੋਵੋ, ਸਫਾਈਆਂ ਕਰੋ, ਬਰਤਨ ਧੋਵੋ ਅਤੇ ਕੱਪੜੇ ਇਸਤਰੀ ਕਰੋ। ਅਤੇ ਬਸ ਜ਼ਿੰਦਗੀ ਬਸ ਸਾਡੀ ਇਹੀ ਰਹਿ ਗਈ ਹੈ। ਅਤੇ ਇਹਨਾਂ ਨੂੰ ਹੁਣ ਅਸੀਂ ਕੀ ਦੱਸੀਏ ਕਿ ਸਾਡੇ ਆਪਣੀ ਜ਼ਾਤ ਵਾਸਤੇ ਸਾਡੇ ਕੋਲ ਕੋਈ ਟਾਈਮ ਨਹੀਂ ਹੈਗਾ। ਸਾਡੀ ਆਪਣੀ ਜ਼ਾਤ ਵਾਸਤੇ ਸਾਡੇ ਕੋਈ ਇੰਨਾ ਟਾਈਮ ਨਹੀਂ ਕਿ ਅਸੀਂ ਵੀ ਕੋਈ ਪਾਰਲਰ ਚੱਲ ਜਾਈਏ, ਕੋਈ ਮੂੰਹ ਸਿਰ ਸਵਾਰ ਲਈਏ। ਆਪੇ ਤੇ ਚਲੋ ਹਫ਼ਤੇ ਬਾਅਦ 15 ਦਿਨੀ ਬਾਅਦ ਨਾਈ ਕੋ ਜਾ ਕੇ ਬਹਿ ਕੇ ਦਾੜੀ ਮੁੱਛ ਬਣਾ ਆਉਂਦੇ ਨੇ ਅਤੇ ਅਸੀਂ ਵਿਚਾਰੇ ਗਰੀਬ ਕੀ ਕਰੀਏ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਇਹੀ ਪਿੱਟ ਸਿਆਪੇ ਹੀ ਨਹੀਂ ਮੁੱਕਦੇ। ਅਸੀਂ ਵੀ ਕੀ ਔਰਤਾਂ ਵਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਆਪਣੇ ਆਪ ਨੂੰ ਕੰਮਾਂ 'ਚ ਮਗਨ ਕੀਤਾ ਹੁੰਦਾ ਨੇ। ਇਹ ਨਹੀਂ ਸੋਚਦੇ ਅਸੀਂ ਕਿ ਜਦੋਂ ਸਾਡਾ ਹੁਸਨ ਟਲ ਗਿਆ ਅਤੇ ਇਹ ਨਾ ਹੋਵੇ ਬੰਦਾ ਹੀ ਹੱਥੋਂ ਨਿਕਲ ਜਾਏ। ਥੋੜ੍ਹਾ ਆਪਣੇ ਆਪ ਨੂੰ ਵੀ ਸੰਵਾਰਨਾ ਚਾਹੀਦਾ। ਚੱਲ ਮਾੜੇ ਮੋਟੇ ਕੋਈ ਫੇਸ਼ੀਅਲ ਘਰ ਕੋਈ ਮਾੜੀ ਮੋਟੀ ਕਿੱਟ ਰੱਖ ਲੈਂਦੇ ਹਾਂ, ਕੋਈ ਮੂੰਹ ਸਿਰ ਸੰਵਾਰ ਲਈਏ। ਨਹੀਂ ਪਾਰਲਰ ਜਾ ਸਕਦੇ ਅਸੀਂ ਅਤੇ ਬਈ ਮੈਂ ਤਾਂ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਿਆ ਦਾ। ਮੈਂ ਤਾਂ ਆਪਣੇ ਲਈ ਘਰ ਫੇਸ਼ੀਅਲ ਵੀ ਰੱਖਿਆ ਦਾ। ਮੈਂ ਪਾਰਲਰਾਂ 'ਚ ਜਾਂਦੀ ਨਹੀਂ, ਮੈਂ ਪਾਰਲਰਾਂ ਦਾ ਸਿਆਪਾ ਹੀ ਨਹੀਂ ਪਾਇਆ। ਪਾਰਲਰਾਂ 'ਚ ਕੀ ਜਾਈਏ, ਨਾ ਬੰਦਿਆਂ ਕੋਲ ਟਾਈਮ ਨਾ ਬੱਚਿਆਂ ਕੋਲ ਟਾਈਮ। ਸਾਡੇ ਵਾਸਤੇ ਕਿ ਟਾਈਮ ਹੀ ਕਿਸੇ ਕੋਲ ਨਹੀਂ ਹੈਗਾ। ਫਿਰ ਵੀ ਮੈਂ ਇਹਦਾ ਜੁਗਾੜ ਕੱਢ ਲਿਆ। ਮੈਂ ਕਿਹਾ ਚਲੋ ਫਿਰ ਨਹੀਂ ਲੈ ਕੇ ਜਾਣਾ, ਨਾ ਲੈ ਕੇ ਜਾਓ। ਮੈਂ ਫਿਰ ਕੱਢਿਆ, ਫਿਰ ਆਪਣਾ ਛੁਪਿਆ ਹੋਇਆ ਜਿਹੜਾ ਕਹਿੰਦੇ ਆ ਰਾਜ਼, ਮੈਂ ਫਿਰ ਆਪਣਾ ਸਾਰਾ ਕੁਛ ਸਮਾਨ ਸਮੂਨ ਕੱਢਿਆ, ਕੱਢ ਕੇ ਅਤੇ ਫਿਰ ਜੀ ਫੇਸ਼ੀਅਲ ਕੀਤਾ, ਮੂੰਹ ਸਿਰ ਸੰਵਾਰਿਆ ਬਿਹਤਰੀਨ। ਮੈਂ ਪਲਕਿੰਗ ਵਗੈਰਾ ਹਰ ਚੀਜ਼ ਮੈਂ ਆਪਣੀ ਆਪ ਕਰਦੀ ਹਾਂ। ਮੈਂ ਕੋਈ ਪਾਰਲਰ ਪੂਰਲਰ ਨਹੀਂ ਜਾਂਦੀ। ਪਾਰਲਰਾਂ 'ਚ ਵੀ ਜਾਣਾ ਨਿਰੀ ਬਿਮਾਰੀ, ਕੋਈ ਨਾ ਕੋਈ ਜਰਾਸੀਮ ਲੱਗ ਜਾਂਦੇ ਨੇ। ਅਤੇ ਅਲਹਮਦੁਲਿਲਾ ਮੈਂ ਆਪਣਾ ਫੇਸ਼ੀਅਲ ਹਰ ਚੀਜ਼ ਮੈਂ ਘਰ ਕਰਦੀ ਹਾਂ। ਅਤੇ ਮੈਂ ਵੀ ਤੁਹਾਨੂੰ ਇਹੀ ਕਹਾਂਗੀ ਚਲੋ ਬੰਦਿਆਂ ਦੇ ਪੈਸੇ ਤਾਂ ਜਿਹੜੇ ਬਚਾਉਣੇ ਆਪਣੀ ਵੀ ਬੱਚਤ ਹੋ ਜਾਂਦੀ ਹੈ। ਬਿਮਾਰੀਆਂ ਤੋਂ ਬਚ ਜਾਂਦੇ ਹਾਂ ਅਸੀਂ, ਸੋ ਜਰਾਸੀਮਾਂ ਤੋਂ ਬਚ ਜਾਂਦੇ ਹਾਂ। ਸਾਫ ਸੁਥਰਾ ਮਾਹੌਲ, ਲੂਣੇ ਮਿੱਠੇ ਚੌਲ, ਸਹੀ ਹੈ ਨਾ। ਅਤੇ ਬਿਹਤਰੀਨ ਕਿਸਮ ਦਾ ਆਪਣਾ ਕੋਈ ਲਿਆਓ ਕਿੱਟ ਸ਼ਿਟ, ਜਿਹੜੀ ਫੇਸ਼ੀਅਲ ਕਿੱਟ ਹੁੰਦੀਆਂ ਨੇ, ਆਪਣਾ ਘਰ ਆਪਣਾ ਮੈਡੀਕਿਓਰ ਕਰੋ, ਪੈਡੀਕਿਓਰ ਕਰੋ, ਫੇਸ਼ੀਅਲ ਕਰੋ। ਕੋਸ਼ਿਸ਼ ਕਰਕੇ ਚਲੋ ਨਹੀਂ ਤੁਹਾਨੂੰ ਪਲਕਿੰਗ ਆਉਂਦੀ ਉਹ ਫਿਰ ਤੁਸੀਂ ਕਰਵਾ ਸਕਦੇ ਹੋ। ਕਿਉਂਕਿ ਮੈਂ ਸ਼ੁਰੂ ਤੋਂ ਅੱਜ ਤੋਂ ਤਕਰੀਬਨ 10 ਸਾਲ ਪਹਿਲੇ ਮੈਨੂੰ ਹੈਪਾਟਾਈਟਸ ਹੋ ਗਈ ਸੀ। ਉਸ ਦਿਨ ਤੋਂ ਇਸ ਦਿਨ ਆ ਗਿਆ ਅਤੇ ਮੈਂ ਆਪਣਾ ਪਾਰਲਰ ਛੱਡਤਾ। ਮੈਂ ਹਰ ਚੀਜ਼ ਆਪਣੀ ਘਰ ਖੁਦ ਕਰਨੀ ਆ। ਆਪਣਾ ਫੇਸ਼ੀਅਲ, ਮੈਨੀਕਿਓਰ, ਪੈਡੀਕਿਓਰ, ਪਲਕਿੰਗ ਹਰ ਚੀਜ਼ ਮੈਂ ਖੁਦ ਕਰਦੀ। ਹਰ ਚੀਜ਼ ਮੈਂ ਆਪਣੇ 'ਤੇ ਟਰਾਈਆਂ ਕਰ ਕਰਕੇ ਸਿੱਖ ਲਈਆਂ। ਪਰ ਬਾਕੀ ਜਿਹੜਾ ਮੇਨ ਚੀਜ਼ ਹੈਗੀ ਆ ਕਟਿੰਗ ਵਗੈਰਾ ਉਹ ਕਦੀ ਜ਼ਰੂਰਤ ਤਾਂ ਪਈ ਨਹੀਂ ਹੈ। ਜਦੋਂ ਜ਼ਰੂਰਤ ਪਈ ਫਿਰ ਚੱਲ ਜਾਂਗੇ ਕੋਈ ਚੰਗੇ ਜਿਹੇ ਪਾਰਲਰ 'ਚ ਜਾ ਕੇ ਵਾਲ ਸ਼ਾਲ ਕਟਾ ਆਵਾਂਗੇ। ਪਰ ਬੱਚਤ ਹਰ ਲਿਹਾਜ਼ ਨਾਲ ਕੀਤੀ ਹੈ। ਮੇਰੀ ਜ਼ਿੰਦਗੀ ਬੜੀ ਅੱਛੀ, ਬੜੀ ਅਰੂਜ 'ਤੇ ਸਾਡੀ ਜ਼ਿੰਦਗੀ ਸੀਗੀ। ਬੜੀ ਵਧੀਆ ਜ਼ਿੰਦਗੀ ਅਸੀਂ ਗੁਜ਼ਾਰ ਰਹੇ ਸੀਗੇ। ਪਰ ਜ਼ਿੰਦਗੀ ਦਾ ਇੱਕ ਐਸਾ ਮੋੜ ਆਇਆ ਜਿਹੜਾ ਪਾਸਾ ਹੀ ਪਲਟ ਗਿਆ। ਜਿਹੜਾ ਸਾਡਾ ਅਰੂਜ ਤੋਂ ਜ਼ਵਾਲ ਦਾ ਟਾਈਮ ਆ ਗਿਆ। ਪਰ ਅਸੀਂ ਆਪਣੇ ਜ਼ਵਾਲ ਦਾ ਟਾਈਮ ਵੀ ਇਸ ਤਰ੍ਹਾਂ ਕੱਢਿਆ ਹੈ ਜਿਸ ਤਰ੍ਹਾਂ ਕੱਢਣ ਦਾ ਹੱਕ ਹੁੰਦਾ ਹੈ। ਆਪਣੇ ਅੱਲਾ ਦੇ ਅੱਗੇ ਅਸੀਂ ਆਪਣੇ ਆਪ ਨੂੰ ਸੁਰਖਰੂ ਕੀਤਾ ਹੈ। ਸਾਡੇ ਰੱਬ ਦੀ ਅਜ਼ਮਾਇਸ਼ ਸੀਗੀ, ਅਸੀਂ ਆਪਣੇ ਰੱਬ ਦੀ ਅਜ਼ਮਾਇਸ਼ ਆਮੀਨ ਕਰਕੇ ਅਪਣਾਇਆ ਅਤੇ ਅਸੀਂ ਆਪਣੇ ਉਸ ਰੱਬ ਦੀ ਅਜ਼ਮਾਇਸ਼ 'ਤੇ ਪੂਰੇ ਉਤਰੇ। ਅਤੇ ਮੁਸ਼ਕਿਲ ਵਕਤ ਅਸੀਂ ਆਪਣਾ ਇਸ ਤਰ੍ਹਾਂ ਗੁਜ਼ਾਰਿਆ ਜਿਸ ਤਰ੍ਹਾਂ ਗੁਜ਼ਾਰਨ ਦਾ ਹੱਕ ਹੁੰਦਾ ਹੈ। ਅਤੇ ਬੜੀ ਸੋਹਣੀ ਸਾਡੀ ਜ਼ਿੰਦਗੀ ਗੁਜ਼ਰ ਰਹੀ ਹੈ ਅਲਹਮਦੁਲਿਲਾ। ਪਰ ਇਹ ਕਿ ਇਸ ਚੀਜ਼ ਦਾ ਦੁੱਖ ਹੈ ਕਿ ਦੁੱਖ ਵੀ ਨਹੀਂ ਹੈ, ਇਹੀ ਸਮਝਦੇ ਕਿ ਅੱਲਾ ਦੀ ਅਜ਼ਮਾਇਸ਼ ਹੈ। ਆਪਣਾ ਘਰ ਸੀ, ਗੱਡੀ ਸੀ, ਹਰ ਚੀਜ਼ ਆਪਣੀ, ਦੁਕਾਨ ਹਰ ਚੀਜ਼ ਆਪਣੀ ਸੀ।
ਪਰ ਸਭ ਕੁਛ ਵਿਕ ਵੁਕ ਗਿਆ। ਬਸ ਉਹ ਜਦੋਂ ਜ਼ਵਾਲ ਦਾ ਟਾਈਮ ਆਇਆ ਉਹਦੇ ਵਿੱਚ ਹਰ ਚੀਜ਼ ਨਿਸਤੋ ਨਾਬੂਦ ਹੋ ਗਈ। ਫਿਰ ਵੀ ਅਸੀਂ ਹਿੰਮਤ ਨਹੀਂ ਹਾਰੇ। ਮੈਂ ਆਪਣੇ ਹਸਬੈਂਡ ਨੂੰ ਕਿਹਾ ਕੋਈ ਨਹੀਂ, ਅੱਲਾ ਦੀ ਮਰਜ਼ੀ। ਮੇਰੇ ਅੱਲਾ ਨੇ ਸਾਨੂੰ ਦਿਨ ਦਿਖਾਣੇ ਸੀ। ਜੇ ਦਿਨ ਨਾ ਵੇਖਦੇ ਤਾਂ ਅੱਖਾਂ ਕਿਵੇਂ ਖੁੱਲ੍ਹਣੀਆਂ ਸੀਗੀਆਂ। ਸਾਡੀਆਂ ਅੱਖਾਂ ਖੁੱਲ੍ਹੀਆਂ, ਹਰ ਬੰਦੇ ਦੀ ਪਹਿਚਾਣ ਕੀਤੀ, ਕੌਣ ਆਪਣਾ ਕੌਣ ਪਰਾਇਆ। ਇਹ ਜ਼ਿੰਦਗੀ ਦੀ ਪਹਿਚਾਣ ਸੀ ਸਾਡੀ। ਬੱਚੇ ਛੋਟੇ ਸੀ, ਕੋਈ ਗੱਲ ਨਹੀਂ, ਅੱਲਾ ਕਰ ਦੇਗਾ ਕਰਮ। ਅੱਲਾ ਇੱਕ ਵਕਤ ਲਿਆਏਗਾ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਉਸ ਮੋੜ ਆਏਗਾ। ਅਸੀਂ ਸਭ ਕੁਛ ਫਿਰ ਬਣਾ ਲਾਂਗੇ, ਪਰ ਅੱਲਾ ਦੀ ਅਜ਼ਮਾਇਸ਼ 'ਤੇ ਪੂਰਾ ਉਤਰਾਂਗੇ। ਨਾ ਹਿੰਮਤ ਹਾਰਾਂਗੇ, ਨਾ ਤਾਕਤ ਹਾਰਾਂਗੇ। ਅਲਹਮਦੁਲਿਲਾ ਅੱਲਾ ਪਾਕ ਨੇ ਉਹ ਦਿਨ ਦਿੱਤਾ ਹੈ, ਭਾਵੇਂ ਕਿਰਾਏ ਦੇ ਮਕਾਨਾਂ 'ਚ। ਸ਼ੁਕਰ ਅਲਹਮਦੁਲਿਲਾ। ਅੱਲਾ ਪਾਕ ਨੇ ਬੜੀ ਵਧੀਆ ਰੋਟੀ ਦੇ ਰਿਹਾ, ਬੜੀ ਸੋਹਣੀ ਰੋਟੀ ਦੇ ਰਿਹਾ, ਅਤੇ ਬੜੀ ਰੱਜ ਕੇ ਰੋਟੀ ਖਾ ਰਹੇ ਹਾਂ। ਅਲਹਮਦੁਲਿਲਾ ਹਰ ਚੀਜ਼ ਪੂਰੀ ਹੋ ਰਹੀ ਹੈ। ਅਤੇ ਇਹ ਵਕਤ ਇਨਸਾਨ ਦਾ ਅਜ਼ਮਾਇਸ਼ ਦਾ ਵਕਤ ਹੁੰਦਾ ਹੈ, ਅਤੇ ਕਦੀ ਨਹੀਂ ਡਰਨਾ ਚਾਹੀਦਾ, ਹਿੰਮਤ ਨਾਲ ਟੁਰਨਾ ਚਾਹੀਦਾ। ਕਦੀ ਅਕਸਰ ਲੋਕਾਂ ਨੂੰ ਮੈਂ ਵੇਖਿਆ ਜਦੋਂ ਕੋਈ ਜ਼ਵਾਲ ਦਾ ਟਾਈਮ ਆਉਂਦਾ ਹੈ, ਕੋਈ ਐਸਾ ਟਾਈਮ ਆਉਂਦਾ ਹੈ ਕਿ ਖੁਦਕੁਸ਼ੀਆਂ ਕਰ ਲੈਂਦੇ ਆ, ਕੁਛ ਨਾ ਕੁਛ ਆਪਣੇ ਆਪ ਨੂੰ ਕਰ ਲੈਂਦੇ ਆ। ਖੁਦਾਰਾ ਇੰਝ ਨਾ ਕਰੋ, ਅੱਲਾ ਨਾਰਾਜ਼ ਹੁੰਦਾ ਹੈ। ਅੱਲਾ ਨੂੰ ਨਾਰਾਜ਼ ਨਾ ਕਰੋ। ਅੱਲਾ ਦੀ ਅਜ਼ਮਾਇਸ਼ ਆਉਂਦੀ ਹੈ, ਹਰ ਬੰਦੇ 'ਤੇ ਆਉਂਦੀ। ਉਹਨੂੰ ਇਸ ਤਰ੍ਹਾਂ ਗੁਜ਼ਾਰੋ ਕਿ ਜੇ ਅੱਲਾ ਵੀ ਖੁਸ਼ ਹੋ ਜਾਏ ਅਤੇ ਇਨਸਾਨ ਆਪਣੇ ਆਪ ਨੂੰ ਮਜ਼ਬੂਤ ਕਰ ਜਾਂਦਾ ਹੈ। ਠੀਕ ਹੈ ਨਾ। ਅਗਰ ਜ਼ਿੰਦਗੀ ਦੇ ਵਿੱਚ ਅਸੀਂ ਆਪਣੀ ਹਿੰਮਤ ਤਾਕਤ ਇੱਕ ਦੂਜੇ ਦੀ ਨਹੀਂ ਨਾ ਬਣਾਂਗੇ ਤਾਂ ਅਸੀਂ ਕਦੀ ਜ਼ਿੰਦਗੀ 'ਚ ਕੁਛ ਕਰ ਵੀ ਨਹੀਂ ਸਕਦੇ। ਅਤੇ ਉਹ ਅੱਲਾ ਸਾਡੇ ਨਾਲ ਹੈ, ਅਤੇ ਅਸੀਂ ਕਦੀ ਵੀ ਨਹੀਂ ਡਿੱਗ ਸਕਦੇ। ਹਾਂ, ਜ਼ਿੰਦਗੀ ਦੇ ਵਿੱਚ ਨਮਾਜ਼ ਰੋਜ਼ਾ ਨਾ ਛੱਡੋ, ਤਹੱਜਦ ਸ਼ੁਰੂ ਕਰ ਲਓ। ਅੱਲਾ ਦੇ ਕਰੀਬ, ਜ਼ਿਆਦਾ ਕਰੀਬ ਜਾਣਾ, ਤਹੱਜਦ ਸ਼ੁਰੂ ਕਰ ਲਓ। ਤਹੱਜਦ 'ਚ ਕੁਰਾਨ ਪਾਕ ਪੜ੍ਹਨਾ ਸ਼ੁਰੂ ਕਰ ਲਓ। ਇਹ ਮੇਰੀ ਅਜ਼ਮਾਈ ਹੋਈ ਚੀਜ਼ਾਂ ਨੇ। ਮੈਂ ਦੀਨ ਨਾਲ ਹੈ ਸੀ, ਪਰ ਇੰਨੀ ਨਹੀਂ ਸੀਗੇ। ਪਰ ਅਲਹਮਦੁਲਿਲਾ ਮੇਰੇ ਉਸ ਵਕਤ ਨੇ ਮੈਨੂੰ ਦੀਨ ਦੇ ਕੋਲ ਇੰਨਾ ਕੀ ਕਰੀਬ ਕਰ ਦਿੱਤਾ ਕਿ ਮੈਂ ਦੁਨੀਆ ਨਾਲ ਲੜਨਾ ਸਿੱਖ ਲਿਆ, ਹਾਲਾਤ ਨਾਲ ਲੜਨਾ ਸਿੱਖ ਲਿਆ। ਇਹ ਅੱਜ ਦੀ ਵੀਡੀਓ ਮੇਰੀ ਤੁਹਾਡੇ ਵਾਸਤੇ ਮੋਟੀਵੇਸ਼ਨ ਹੈ ਕਿ ਮੈਂ ਚਾਹੁੰਦੀ ਹਾਂ ਕਿ ਮੇਰੀਆਂ ਧੀਆਂ ਭੈਣਾਂ ਮੇਰੀ ਇਹ ਵੀਡੀਓ ਵੇਖਣ ਅਤੇ ਉਹਨਾਂ ਨੂੰ ਮੋਟੀਵੇਸ਼ਨ ਮਿਲੇ। ਅਤੇ ਮੇਰੀ ਦੁਆਵਾਂ 'ਚ ਯਾਦ ਰੱਖਿਓ। ਅਤੇ ਇਹ ਵੇਖੋ ਜੀ, ਮੈਂ ਨਾਲ ਨਾਲ ਇਸ਼ਾਰੇ ਕਰ ਰਹੀ ਹਾਂ, ਤੁਹਾਨੂੰ ਦੱਸ ਰਹੀ ਹਾਂ। ਮੈਂ ਉਹ 'ਚ ਗਲਾਸ ਰੱਖਣੀ ਹਾਂ। ਇਹ ਕੀੜੀਆਂ ਦਾ ਬੜਾ ਮਸਲਾ ਹੈ ਮੈਨੂੰ, ਜਿਹੜੇ ਲੱਕੜ ਦੇ ਕੀੜੇ ਹੁੰਦੇ ਆ ਨਾ, ਇਹਨਾਂ ਨੇ ਮੈਨੂੰ ਬੜਾ ਤੰਗ ਕੀਤਾ, ਅਤੇ ਇਸ ਕਰਕੇ ਮੈਂ ਚਿਕਨੇ ਵੇਲੇ ਨੂੰ ਛਾਪਰ ਚੜ੍ਹਾ ਕੇ ਰੱਖਦੀ ਹਾਂ। ਮੈਨੂੰ ਬੜੀ ਉਲਝਣ ਹੁੰਦੀ ਹੈ, ਅਤੇ ਹਰ ਚੀਜ਼ ਮੈਂ ਆਪਣੀ ਨੀਟ ਕਲੀਨ ਕਰਕੇ ਰੱਖਣੀ ਆ। ਅਤੇ ਤੁਸੀਂ ਵੀ ਮੇਰੀਆਂ ਧੀਆਂ ਭੈਣੋ ਮੇਰੀ ਵੀਡੀਓ ਵੇਖ ਕੇ ਕੋਈ ਚੀਜ਼ ਸਿੱਖੋ ਅਤੇ ਮੈਨੂੰ ਕਮੈਂਟ 'ਚ ਜ਼ਰੂਰ ਦੱਸਿਓ ਕਿ ਮੈਂ ਕੋਈ ਚੀਜ਼ ਗਲਤ ਕੀਤੀ ਹੈ ਕਿ ਸਹੀ ਕੀਤੀ। ਅਤੇ ਮੇਰੇ ਲਈ ਦੁਆ ਕਰਿਆ ਕਰੋ ਕਿ ਅੱਲਾ ਪਾਕ ਮਜ਼ੀਦ ਮੇਰੀ ਹੋਰ ਪਰੇਸ਼ਾਨੀਆਂ ਥੋੜ੍ਹੀ ਬਹੁਤ ਜਿਹੜੀ ਰਹਿ ਗਈਆਂ ਉਹ ਵੀ ਖ਼ਤਮ ਕਰ ਦੇਣ। ਸ਼ਾਇਦ ਅੱਲਾ ਕਿਸੇ ਦੀ ਤਾਂ ਦੁਆ ਕਬੂਲ ਕਰ ਹੀ ਲੈਂਦਾ, ਅਤੇ ਮਜ਼ੀਦ ਮੇਰੇ ਅੱਛੇ ਹੋਰ ਹਾਲਾਤ ਹੋ ਜਾਣਗੇ। ਅਲਹਮਦੁਲਿਲਾ ਅਲਹਮਦੁਲਿਲਾ। ਦਿਨ ਉਹ ਵੀ ਨਹੀਂ ਰਹੇ ਅਤੇ ਇਹ ਵੀ ਨਹੀਂ ਰਹਿਣੇ। ਅਤੇ ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ, ਅਤੇ ਜ਼ਿੰਦਗੀ ਵਿੱਚ ਖੁਸ਼ ਰਹੋ, ਆਬਾਦ ਰਹੋ, ਅਤੇ ਦੁਆ ਕਰਦੇ ਰਹੋ ਅਤੇ ਦੁਆ ਦਿੰਦੇ ਰਹੋ। ਅਤੇ ਅਲਹਮਦੁਲਿਲਾ ਅਸੀਂ ਵੀ ਤੁਹਾਡੇ ਲਈ ਬਿਹਤਰੀਨ ਦੁਆਵਾਂ ਕਰਾਂਗੇ, ਅੱਛੀਆਂ ਦੁਆਵਾਂ ਕਰਾਂਗੇ, ਧੀਆਂ ਭੈਣਾਂ ਦੇ ਸੁੱਖ ਦੀਆਂ ਦੁਆਵਾਂ ਕਰਾਂਗੇ। ਅਤੇ ਆਪਣੇ ਬੱਚਿਆਂ ਦਾ ਆਪਣਾ ਖਿਆਲ ਰੱਖਿਓ। ਅਤੇ ਓਕੇ ਜੀ, ਅੱਲਾ ਹਾਫਿਜ਼।